ਸਦਕੇ ਤਿਨਾ ਗੁਰ ਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ ਗੁਰਮਤਿ ਗੁਰ ਚਰਣੀ ਚਿਤ ਲਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਹਉ ਸਦਕੇ ਤਿਨਾ ਗੁਰ ਸਿੱਖਾਂ ਆਸਾ ਵਿੱਚ ਨਿਰਾਸ ਵਲਾਇਆ। ਸਤਿਗੁਰ ਦਾ ਉਪਦੇਸ਼ ਦਰੜਾਇਆ। ਸਤਿਗੁਰ ਦਾ ਉਪਦੇਸ਼ ਦਰੜਾਇਆ। ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ। ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ। ਜਨ ਪਰਉਪਕਾਰੀ ਆਏ। ਜਨ ਪਰ ਉਪਕਾਰੀ ਆਏ। ਜਨ ਪਰ ਉਪਕਾਰੀ ਸਭ ਕਿਰਪਾ ਕਰੋ। ਜਨ ਪਰ ਉਪਕਾਰੀ ਆਏ। ਜਨ ਪਰ ਉਪਕਾਰੀ ਆਏ। ਜਨ ਪਰ ਉਪਕਾਰੀ ਆਏ। ਜਨ ਪਰ ਉਪਕਾਰੀ ਆਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਜ਼ਰਾ ਹਜ਼ੂਰ ਜੈ ਰਾਜਪੂਰ ਬਾਣੀ ਕੇ ਬੋਹਿਤ ਸ਼ਬਦ ਅਵਤਾਰ ਆਪ ਨਿਰੰਕਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਪ੍ਰਤੱਖ ਗੁਰੂ ਨਿਸਤਾਰੇ ਸਾਹਿਬ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਅਤੇ ਪਵਿੱਤਰ ਅਸਥਾਨ ਗੁਰੂ ਨਾਨਕ ਆਸ਼ਰਮ ਜਿਸ ਧਰਤੀ ਨੂੰ ਜਿਸ ਅਸਥਾਨ ਨੂੰ ਮਾਣ ਪ੍ਰਾਪਤ ਹੈ, ਬਹੁਤ ਵੱਡਾ ਯੁਗ ਪੁਰਸ਼ ਬ੍ਰਹਮ ਵੇਤੇ
ਨਾਮ ਦਾ ਸਰੂਪ ਸੰਤ ਤੱਤਰ ਸਿੰਘ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲੇ, ਜਿਨ੍ਹਾਂ ਦੀਆਂ ਮਹਾਨ ਸੇਵਾਵਾਂ ਗਿਣਨ ਲੱਗੀਏ ਵੱਡੇ ਵੱਡੇ ਸਾਧ ਸੰਗਤ ਜੀ ਗ੍ਰੰਥ ਭਰ ਜਾਂਦੇ ਹਨ। ਉਹਨਾਂ ਦੀ ਸੰਗਤ, ਉਹਨਾਂ ਦੀ ਅਸੀਸ ਬਖਸ਼ ਲਈ, ਰਹਿਮਤ ਲਈ ਸੰਤ ਗਿਆਨੀ ਨਿਰੰਜਨ ਸਿੰਘ ਜੀ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਜਿੱਥੇ ਆਪ ਨਾਮ ਕਮਾਇਆ, ਉਸ ਕਮਾਏ ਹੋਏ ਨਾਮ ਦੇ ਵਿੱਚੋਂ ਕਿਣਕੇ ਵਰਤਾਏ ਵੀ, ਕਿਉਂਕਿ ਕਮਾਉਣਾ ਵੀ ਕਿਸੇ ਵਿਰਲੇ ਦੇ ਹੱਥ ਹੁੰਦਾ ਤੇ ਵਰਤਾਉਣਾ ਵੀ ਕਿਸੇ ਵਿਰਲੇ ਦੇ ਹੱਥ ਹੁੰਦਾ ਹੈ। ਜੁੜ ਵੀ ਕੋਈ ਸਕਦਾ ਹੈ ਤੇ ਜੋੜ ਵੀ ਕੋਈ ਸਕਦਾ ਹੈ। ਨਿਸ਼ਕਾਮ ਹੋ ਕੇ ਕਿੰਨੀ ਸੇਵਾ ਕੀਤੀ, ਗੁਰੂ ਸਾਹਿਬ ਜੀ ਦੀ ਖੁਸ਼ੀ ਲਈ, ਸੰਗਤਾਂ ਦੀਆਂ ਖੁਸ਼ੀਆਂ ਲਈਆਂ, ਦੇਸ਼ਾਂ ਪ੍ਰਦੇਸ਼ਾਂ 'ਚ ਜਾ ਕੇ ਜਿੱਥੇ ਕਥਾ ਕੀਰਤਨ ਦਾ ਅੰਮ੍ਰਿਤ ਦਾ ਪ੍ਰਵਾਹ ਚਲਾਇਆ, ਉੱਥੇ ਇਸ ਅਸਥਾਨ ਦਾ ਇੱਕ ਇੱਕ ਕਿਣਕਾ, ਇੱਕ ਕਣ ਸਾਧ ਸੰਗ ਜੀ ਉਹਨਾਂ ਨੇ ਬੰਦਗੀ ਨਾਲ ਰੰਗ ਦਿੱਤਾ ਹੈ। ਤਾਂ ਕਰਕੇ ਇੱਥੋਂ ਦੀ ਧੂੜ ਮਸਤਕ ਨੂੰ ਲਾਈ ਦੀ ਹੈ, ਅੰਦਰ ਇੱਕ ਖਿੱਚ ਜੀ ਪੈਦਾ ਹੁੰਦੀ ਹੈ। ਮੈਂ ਕੋਈ ਸ਼ਬਦ ਬਣਾ ਕੇ ਨਹੀਂ ਕਹਿ ਰਿਹਾ, ਮੇਰਾ ਆਪਣਾ ਇੱਕ ਪ੍ਰੈਕਟੀਕਲ ਹੈ। ਜੋ ਮੈਂ ਮਹਿਸੂਸ ਕੀਤਾ ਹੈ ਉਹ ਮੈਂ ਤੁਹਾਡੇ ਅੱਗੇ ਬਿਆਨ ਕਰ ਰਿਹਾ ਹਾਂ। ਇੱਥੇ ਆ ਕੇ ਇੱਕ ਟਿਕਾਅ ਜਿਹਾ ਪੈਦਾ ਹੁੰਦਾ ਹੈ ਤੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਗਿਣਤੀ ਮਿਣਤੀ ਕੋਈ ਨਹੀਂ। ਮੈਂ ਇੱਕ ਦਿਨ ਆਪਣੇ ਮਹਾਂਪੁਰਖ ਵਿਦਿਆ ਦਾਤੇ ਸੰਤ ਗਿਆਨੀ ਸੰਤ ਬਾਬਾ ਦਲਵੀਰ ਸਿੰਘ ਜੀ ਮਹਾਂਪੁਰਖ ਗੁਰਦੁਆਰਾ ਟਿੱਡਾ ਸਾਹਿਬ, ਜੋ ਇਸ ਧਰਤੀ ਤੇ ਮਹਾਂਪੁਰਖਾਂ ਕੋਲ 12 ਸਾਲ ਰਹਿ ਕੇ ਗਏ, ਮੈਂ ਬੇਨਤੀ ਕੀਤੀ, ਮੈਂ ਕਿਹਾ ਜੀ ਕੁਝ ਮਹਾਂਪੁਰਖਾਂ ਬਾਰੇ ਕੁਝ ਸਾਂਝ ਬਣਾਓ। ਕਹਿਣ ਲੱਗੇ ਵੀ ਕਿਹੜੇ ਪੱਖ 'ਚ ਗੱਲ ਕਰੀਏ। ਜਿਹੜਾ ਪੱਖ ਵੇਖੀਦਾ ਹੈ ਉਸ ਪੱਖ 'ਚ ਪੂਰੇ ਹਨ। ਜਿਵੇਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਇਸੇ ਤਰ੍ਹਾਂ ਮਹਾਂਪੁਰਖਾਂ ਦਾ ਜੀਵਨ ਗੁਰਮਤ ਦੀ ਰੌਸ਼ਨੀ ਨਾਲ ਭਰਪੂਰ ਹੈ। ਇਹ ਨਹੀਂ ਕਹਿੰਦੇ, ਆਪਾਂ ਕਹਿ ਸਕਦੇ ਵੀ ਸੀ, ਹੈ, ਅੱਜ ਵੀ ਹੈ। ਉਹਦੇ ਵਿੱਚੋਂ ਜੋ ਕਿਰਨਾਂ ਨਿਕਲੀਆਂ, ਬੀਬਾ ਹਰਿੰਦਰ ਕੌਰ ਜੀ, ਬੀਬਾ ਸਾਹਿਬ, ਦੇਵੀ ਜੀ, ਜਿਨ੍ਹਾਂ ਨੂੰ ਆਪਾਂ ਯਾਦ ਕਰਕੇ ਸਨਮਾਨ ਦਿੰਦੇ ਹਾਂ ਸਾਰੇ, ਬੜੀ ਬੰਦਗੀ ਵਾਲੀ ਲੋਕ, ਉਹਨਾਂ ਦਾ ਸੇਵਾ ਸਿਮਰਨ ਤੁਹਾਡੇ 'ਚ ਸੰਗਤਾਂ ਬੈਠੀਆਂ ਹਨ, ਜਿਨ੍ਹਾਂ ਨੇ ਨੇੜੇ ਹੋ ਕੇ ਤੱਕਿਆ। ਮੈਂ ਉਹਨਾਂ ਦੀਆਂ ਕੁਛ ਬਾਤਾਂ ਮਹੀਨਾਵਾਰੀ ਪਿਛਲੇ ਸਮਾਗਮਾਂ ਸਾਂਝੀਆਂ ਕਰਦਾ ਰਿਹਾ, ਹੁਣ ਨਹੀਂ ਮੈਂ ਕਰਨੀ, ਅੱਜ ਵਿਸ਼ਾ ਹੋਰ ਹੈ। ਉਹਨਾਂ ਦੇ ਸਾਧ ਸੰਗਤ ਜੀ ਕੁੱਖ ਨੂੰ ਭਾਗ ਲਾਏ। ਇੱਕ ਮਹਾਨ ਰੂਹ ਆਈ, ਸੰਤ ਬਾਬਾ ਮਹਿੰਦਰ ਪ੍ਰਤਾਪ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਪ੍ਰੈਜ਼ੀਡੈਂਟ ਸਾਹਿਬ ਵੀ ਕਹਿੰਦੇ। ਬਚਪਨ ਤੋਂ ਉਹਨਾਂ ਨੂੰ ਦੇਖਦੇ ਆਏ, ਨਿਰਛਲ ਨਿਰਕਪਟ ਇਹ ਬਿਰਤੀ ਉਹਨਾਂ ਦੀ ਸ਼ੁਰੂ ਤੋਂ ਸੀ, ਹੋਵੇ ਵੀ ਕਿਉਂ ਨਾ।
ਬੰਦਗੀ ਵਾਲਿਆਂ ਦੇ ਘਰ ਬੰਦਗੀ ਵਾਲੀਆਂ ਰੂਹਾਂ ਆਉਣੀਆਂ ਸੁਭਾਵਿਕ ਹਨ। ਲਗਨ ਉਹਨਾਂ ਨੂੰ ਸ਼ੁਰੂ ਤੋਂ ਸੀ। ਔਰ ਜਿਹੜੇ ਗੁਣ ਨਾਮ ਜਪਣ ਵਾਲਿਆਂ ਵਿੱਚ ਦਰਸਾਏ ਨੇ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਇਹ ਗੁਣ ਉਹਨਾਂ 'ਚ ਸ਼ੁਰੂ ਤੋਂ ਹੀ ਸੀ। ਬੇਪਰਵਾਹ ਰਹਿਣਾ, ਬੇਪਰਵਾਹ ਸਦਾ ਰੰਗ ਹਰ ਕੈ, ਜਾਂ ਕੋ ਪਾਕ ਸੁਆਮੀ। ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਬਾਣੀ 'ਚ ਇੱਕ ਵਚਨ ਆਇਆ ਜੋ ਪੰਚਮ ਪਾਤਸ਼ਾਹ ਬੋਲੇ, ਜਨਮ ਮਰਨ ਦੋਹ ਮੈਂ ਨਾ, ਜਨ ਪਰਉਪਕਾਰੀ ਆਏ। ਬੜਾ ਵੱਡਾ ਵਿਸ਼ਾ ਹੈ। ਵਡਮੁੱਲੇ ਅੱਖਰ ਕਹੇ ਨੇ, ਗੋਹਜ ਭਰੇ ਅੱਖਰ ਹਨ, ਜਿਨ੍ਹਾਂ ਨੂੰ ਵਿਚਾਰਨ ਲੱਗਿਆ ਵੀ ਇੱਕ ਇੱਕ ਅੱਖਰ ਨੂੰ ਕਈ ਦਿਨ ਦੀ ਕਥਾ ਚਾਹੀਦੀ ਹੈ। ਜਨਮ ਮਰਨ ਦੁਹ ਮੈਂ ਨਾਹੀ, ਦੋਨਾਂ ਤੋਂ ਮੁਕਤ ਹਨ। ਅੱਜ ਮੈਂ ਇਸ ਟੌਪਿਕ ਤੇ ਵੀ ਗੱਲ ਨਹੀਂ ਕਰਾਂਗਾ, ਸਮਾਂ ਆਪਣੇ ਕੋਲ ਓਨਾ ਹੀ ਹੈ ਤੇ ਵਿਸ਼ਾ ਵੱਡਾ ਹੈ। ਬਸ ਇਹ ਗੱਲ ਜਿਹੜੀ ਮੈਂ ਪੰਕਤੀਆਂ ਪੜ੍ਹੀਆਂ, ਜਨ ਪਰਉਪਕਾਰੀ ਆਏ, ਕਹਿੰਦੇ ਜੀ ਉਹ ਪਰਉਪਕਾਰ ਵਾਸਤੇ ਆਏ। ਪਰਉਪਕਾਰੀ ਜਨ ਹਨ, ਜਨ ਮੈਨੇ ਪਿਆਰੇ। ਕਹਿੰਦੇ ਜੀ ਕਿਉਂ ਆਏ, ਕਿਸ ਕਾਰਨ ਕਰਕੇ ਆਏ। ਨਾਲ ਨਾਲ ਸਵਾਲ ਉਹਦਾ ਨਾਲ ਹੀ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਜੀ ਦਾਨ ਦੇ ਭਗਤੀ ਲਾਇਨ। ਇਹ ਸ਼ਬਦ ਕਰੀਬਨ ਸੰਗਤਾਂ ਦੇ ਨਾ ਚੇਤੇ ਹੈ ਸਾਰਿਆਂ ਦੇ। ਕੋਈ ਗੁਰਮੁਖ ਹੋਏਗਾ ਜਿਹਦੇ ਸ਼ਬਦ ਨਾ ਯਾਦ ਹੋਵੇ। ਜਿਹੜੇ ਸੰਗਤ ਵਿੱਚ ਆਉਂਦੇ ਨੇ, ਮੈਂ ਵੇਖਿਆ ਉਹਨਾਂ ਬੱਚਿਆਂ ਨੂੰ ਵੀ ਚੇਤੇ ਹੈ। ਇੱਕ ਸ਼ਬਦ ਨਹੀਂ, ਬਹੁਤ ਅਜਿਹੇ ਸ਼ਬਦ ਹਨ ਜਿਹੜੇ ਤੁਹਾਡੀ ਸਿਮਰਤੀ ਦੇ ਵਿੱਚ ਹਨ। ਜੀ ਦਾਨ ਕਹਿਣ ਲੱਗੇ ਜੀ, ਜੀ ਦਾਨ ਹੁੰਦਾ ਆਤਮਿਕ ਜੀਵਨ ਦੇਣਾ। ਜਿਹੜਾ ਬਾਹਰੀ ਜੀਵਨ ਹੈ ਨਾ, ਉਹ ਤਾਂ ਤੁਹਾਨੂੰ ਉਹਦੇ ਸਾਧਨ ਬਾਹਰੋਂ ਬੜੇ ਮਿਲ ਜਾਣਗੇ। ਰੋਟੀ ਦੇ ਸਕਦਾ ਕੋਈ, ਮਿਲ ਸਕਦੀ ਹੈ, ਕੱਪੜਾ ਮਿਲ ਸਕਦਾ ਹੈ, ਮੰਗਿਆ ਮਿਲ ਸਕਦਾ ਹੈ, ਖਰੀਦਿਆ ਜਾ ਸਕਦਾ ਹੈ, ਕੋਈ ਸਹਾਰਾ ਦੇ ਸਕਦਾ ਤੁਹਾਨੂੰ, ਘਰ ਮਿਲ ਸਕਦਾ ਹੈ, ਦੇ ਸਕਦਾ ਕੋਈ। ਇਹ ਬਾਹਰਲੇ ਜੀਵਨ ਦੀਆਂ ਬਾਤਾਂ ਹਨ। ਇਹ ਤੁਹਾਡੀਆਂ ਚੀਜ਼ਾਂ ਬਾਹਰੋਂ ਸੰਸਾਰ ਪੂਰੀਆਂ ਕਰ ਸਕਦਾ ਹੈ, ਕਰਦਾ ਵੀ ਹੈ, ਤੁਸੀਂ ਵੀ ਕਰਦੇ ਹੋਵੋਗੇ। ਪਰ ਜਿਹੜਾ ਆਤਮਿਕ ਜੀਵਨ ਹੈ ਨਾ, ਆਤਮਿਕ ਜੀਵਨ ਸੰਤ ਹੀ ਦੇ ਸਕਦਾ ਹੈ, ਮਹਾਂਪੁਰਖ ਹੀ ਦੇ ਸਕਦਾ ਹੈ, ਗੁਰਮੁਖ ਹੀ ਦੇ ਸਕਦਾ ਹੈ। ਕੋਈ ਜੁੜਿਆ ਹੋਇਆ ਹੀ ਪ੍ਰਦਾਨ ਕਰ ਸਕਦਾ ਹੈ, ਹੋਰ ਨਹੀਂ ਕੋਈ ਦੇ ਸਕਦਾ। ਬਾਹਰਲੇ ਜੀਵਨ ਜਿਉਣੇ ਜਿਹੜੇ ਨੇ ਨਾ, ਉਹ ਸਾਰਿਆਂ ਨੂੰ ਆਉਂਦੇ ਨੇ, ਪਰ ਆਤਮਿਕ ਜੀਵਨ ਕਿਵੇਂ ਜਿਉਣਾ ਹੈ ਇਹਦੀ ਸੋਝੀ ਨਹੀਂ ਮਿਲਦੀ। ਉੱਥੇ ਕੋਈ ਵਿਰਲਾ, ਕੋਈ ਜਨ, ਬਾਣੀ ਦੇ ਵਚਨ ਹਨ, ਕੋਈ ਜਨ ਹਰ ਸਿਉ ਦੇਵੈ ਜੋਰ, ਕੋਈ ਜਨ। ਆਵਾਜ਼ ਦਿੱਤੀ ਮਹਾਰਾਜ ਨੇ, ਹੈ ਕੋਈ ਰਾਮ ਪਿਆਰੋ ਗਾਵੇ। ਗਾਉਂਦੀ ਤਾਂ ਦੁਨੀਆ ਸਾਧ ਸੰਗਤ ਜੀ,
ਗਾਉਂਦਾ ਸੰਸਾਰ ਹੈ, ਕੋਈ ਆਪਣੀ ਲੋੜਾਂ ਲਈ ਗਾਉਂਦਾ ਹੋਏਗਾ, ਕੋਈ ਆਪਣੇ ਸਵਾਰਥ ਲਈ ਗਾਉਂਦਾ ਹੋਏਗਾ, ਕੋਈ ਲੋਕਾਂ ਨੂੰ ਰਿਝਾਉਣ ਵਾਸਤੇ ਗਾਉਂਦਾ ਹੋਏਗਾ, ਪਰ ਕੋਈ ਉਸ ਪਿਆਰੇ ਲਈ ਗਾਉਂਦਾ ਹੋਵੇ। ਕੋਈ ਹੈ, ਕੋਈ ਰਾਮ ਪਿਆਰੋ ਗਾਵੇ, ਹੈ ਕੋਈ। ਕਿੱਡੇ ਬਚਨ ਕਹੇ ਨੇ ਗੁਰੂ ਸਾਹਿਬ ਜੀ ਨੇ। ਇਹ ਕਿਸੇ ਨੂੰ ਨਹੀਂ ਪੁੱਛਣਾ, ਆਪਣੇ ਆਪ ਨੂੰ ਪੁੱਛਣਾ। ਅਸੀਂ ਹਮੇਸ਼ਾ ਦੂਜਿਆਂ ਨੂੰ ਕਹਿੰਦੇ ਹਾਂ, ਆਪਣੇ ਆਪ ਨੂੰ ਪੁੱਛੀਏ ਵੀ ਤੂੰ ਹੈ ਉੱਥੇ। ਤੂੰ ਕਹਿਣਾ ਵੀ ਮੈਂ ਗਾਇਆ, ਮੈਂ ਗਾਉਂਦਾ ਹਾਂ ਜੀ, ਮੈਂ ਬਾਣੀ ਪੜ੍ਹਦਾ ਹਾਂ ਜੀ। ਪੜ੍ਹੀ ਹੈ ਭਾਈ, ਦੁਨੀਆ ਹੀ ਰਾਮ ਰਾਮ ਕਰਤਾ ਜਗ ਫਿਰ ਹੈ। ਦੁਨੀਆ ਹੀ ਕਰਦੀ ਹੈ ਭਾਈ, ਰਾਮ ਰਾਮ ਜਪਦੀ ਹੈ, ਮਾਲਾ ਫੇਰ ਦੁਨੀਆ ਹੀ ਫੇਰਦੀ ਹੈ ਸੰਸਾਰ। ਪਰ ਕੋਈ ਹਰਿਆ ਬੂਟ ਰਹਿਓਰੀ, ਅੰਦਰੋਂ ਕੋਈ ਹੈ, ਕੋਈ ਕੋਈ ਇੱਕ। ਕੋਟ ਮਦੇ ਕੋਈ ਸੰਤ ਦਿਖਾਇਆ, ਕਰੋੜਾਂ ਵਿੱਚ ਇੱਕ। ਖਿਮਾ ਕਰਨਾ, ਮੈਨੂੰ ਵੀ ਸੰਤ ਕਹਿੰਦੇ ਨੇ, ਬਾਣਾ ਮੇਰੇ ਵੀ ਪਾਇਆ ਹੈ, ਪਾਉਣਾ ਵੀ ਚਾਹੀਦਾ, ਕਿਸੇ ਦੀ ਇੱਛਾ ਪਾ ਸਕਦਾ। ਪਰ ਸੱਚ ਕਹਿਣਾ, ਅੰਦਰੋਂ ਉਹਦਾ ਬਣਨਾ ਬੜਾ ਔਖਾ ਹੈ, ਬਹੁਤ ਔਖਾ ਹੈ, ਬੜਾ ਔਖਾ ਹੈ। ਕਿੰਨਾ ਔਖਾ ਹੈ ਮੈਂ ਕਹਿਣਾ ਵੀ। ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛੋ, ਕਹਿੰਦੇ ਕਿੰਨਾ ਔਖਾ ਰਸਤਾ, ਕਹਿੰਦੇ ਪਹਿਲਾ ਮਰਨ ਕਬੂਲ। ਅਸੀਂ ਆਸਾਂ ਜੀਣ ਦੀਆਂ ਲਾਈਆਂ ਹੋਈਆਂ, ਬੜਾ ਔਖਾ। ਬਾਹਰੋਂ ਭਾਈ, ਅੰਦਰੋਂ ਮਰਨਾ ਬੜਾ ਔਖਾ ਹੈ। ਬਚਨ ਦਾਸ ਸਾਂਝੇ ਕਰਦਾ ਰਿਹਾ ਪਿਛਲੇ ਸਮਿਆਂ ਚੋਂ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲੇ, ਉਹਨਾਂ ਨੂੰ ਸਵਾਲ ਕੀਤਾ ਕਿਸੇ ਨੇ, ਕਹਿੰਦੇ ਮਹਾਂਪੁਰਖੋ ਸਭ ਤੋਂ ਵੱਡਾ ਤਪ ਕਿਹੜਾ ਹੈ? ਕਿਉਂਕਿ ਮਹਾਂਪੁਰਖਾਂ ਨੇ ਬੜਾ ਤਪ ਕੀਤਾ। ਜੋ ਚੌਂਕੜੇ ਉਹਨਾਂ ਨੇ ਲਾਏ, ਉਹ ਕਿਸੇ ਕਿਸੇ ਗੁਰਮੁਖ ਦੇ ਹਿੱਸੇ ਆਉਂਦੇ ਨੇ। ਪੰਥ ਦੇ ਵਿੱਚ ਕੁਝ ਸਤਿਕਾਰਤ ਹਸਤੀਆਂ ਜਿਨ੍ਹਾਂ ਦੇ ਚੌਂਕੜੇ ਲੱਗੇ ਹੋਏ ਜਿਹੜੇ ਨੇ, ਅੱਜ ਵੀ ਸੰਗਤਾਂ ਚੇਤੇ ਕਰਦੀਆਂ, ਜਿਨ੍ਹਾਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਹੋਰ ਗੁਰਮੁਖਾਂ ਦੇ ਬੜੇ ਮਹਾਂਪੁਰਖਾਂ ਦੇ ਬਚਨ ਆਉਂਦੇ ਹਨ। ਤੋ ਸਾਰੀਆਂ ਸੰਗਤਾਂ ਬੜੀਆਂ ਸੂਝਵਾਨ, ਇਸ਼ਾਰਾ ਬੜਾ ਹੈ ਬਸ। ਬਾਕੀ ਤੁਸੀਂ ਗਿਣਤੀ ਕਰਦੇ ਚਲੇ ਜਾਓ। ਬਹੁਤ ਤੁਸੀਂ ਕਥਾ ਸੁਣਦੇ ਹੋ, ਤੁਹਾਡੇ ਚੇਤੇ ਹੈ, ਪੜ੍ਹਦੇ ਵੀ ਹੋ ਤੁਸੀਂ। ਮੈਂ ਅਕਸਰ ਇੱਥੇ ਗੱਲ ਕਹਿੰਦਾ ਹੁੰਦਾ ਆ ਕੇ, ਮਹੀਨਾਵਾਰੀ ਸਮਾਗਮ, ਮੈਂ ਕਿਹਾ ਵੀ ਤੁਹਾਨੂੰ ਕੀ ਸੁਣਾਵਾਂ ਮੈਂ। ਜਿਨ੍ਹਾਂ ਨੇ ਪੰਥ ਦੇ ਮਹਾਨ ਵਿਦਵਾਨ ਤੋਂ ਬਚਨ ਸੁਣੇ ਹੋਣ, ਜ਼ਿੰਦਗੀ ਭਰ ਸਾਲਾਂ ਬੱਧੀ, ਉਹਨਾਂ ਨੂੰ ਕੀ ਸੁਣਾਉਣਾ ਆਪਾਂ ਨੇ। ਪਰ ਡਿਊਟੀ ਹੈ, ਇਹ ਪੂਰੀ ਕਰਨੀ ਹੈ। ਜਿਨ੍ਹਾਂ ਨੇ ਇਹ ਚੌਂਕੜੇ ਲਾਉਣੇ ਵੀ ਪੈਂਦੇ ਨੇ। ਦੋ ਚੀਜ਼ਾਂ ਗੁਰੂ ਘਰ ਦੇ ਵਿੱਚ ਮੁੱਖ ਹਨ, ਬੈਠਣਾ ਤੇ ਖੜਨਾ। ਸਿੱਖ ਨੇ ਬਹਿਣਾ ਕਿਵੇਂ ਹੈ ਤੇ ਸਿੱਖ ਨੇ ਖੜਨਾ ਕਿਵੇਂ ਹੈ। ਅੱਜ ਸਾਨੂੰ ਨਾ ਬੈਠਣਾ ਹੀ ਆਇਆ, ਨਾ ਗੁਰੂ ਘਰ ਦੇ ਵਿੱਚ ਖੜਨਾ ਹੀ ਆਇਆ। ਖਲੋਣਾ ਕਿਵੇਂ ਹੈ। ਕੋਰਟ ਵਿੱਚ ਜਾਂਦੇ ਨਾ ਲੋਕ, ਉੱਥੇ ਭਾਵੇਂ 2 ਘੰਟੇ ਵੀ ਖੜਨਾ ਪੈ ਜਾਏ ਨਾ, ਉੱਥੇ ਏਦਾਂ ਖੜਨਾ ਪੈਂਦਾ ਉਹਨਾਂ ਨੂੰ, ਬਿਲਕੁਲ ਸਾਇਲੈਂਟ ਹੋ ਕੇ। ਦੁਨੀਆ ਦੇ ਵਿੱਚ ਸੱਚੇ ਪਾਤਸ਼ਾਹ ਦੀ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਉਹਦੀ ਹਜ਼ੂਰੀ, ਇੱਥੇ ਸਾਨੂੰ ਖੜਨਾ ਹੀ ਨਹੀਂ ਆਇਆ। ਸਾਨੂੰ ਨਾ ਡਰ ਹੈ, ਨਾ ਭੈ ਹੈ, ਨਾ ਪ੍ਰੇਮ ਹੈ, ਬਹਿਣਾ ਨਹੀਂ ਆਇਆ। ਬਹਿਣਾ ਚੌਂਕੜਾ ਲਾ ਕੇ, ਤੇ ਖੜਨ ਦੇ ਤਰੀਕੇ ਵੀ ਦੱਸੇ ਹਨ। ਦੋਏ ਕਰ ਜੋੜ ਕਰੋ ਅਰਦਾਸ। ਕਹਿੰਦੇ ਜਦੋਂ ਖੜਨਾ ਨਾ ਦਰਬਾਰ 'ਚ, ਅਰਦਾਸ ਭਾਵਨਾ 'ਚ ਖੜਨਾ।
ਉਦੋਂ ਮੰਗਤਾ ਬਣ ਕੇ ਖੜਨਾ ਹੈ, ਹੱਥ ਜੁੜੇ ਹੋਏ ਹੋਣ। ਮਹਾਰਾਜ ਤੁਹਾਡੇ ਦਰ ਦੇ ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਏਦਾਂ ਏਦਾਂ ਖੜਨਾ ਹੈ। ਦੋ ਚੀਜ਼ਾਂ, ਉਹ ਚੌਂਕੜੇ ਬੜੇ ਲੱਗੇ, ਬੜੀਆਂ ਬੇਨਤੀਆਂ, ਬੜੇ ਬਚਨ ਇੱਦਾਂ ਦੇ। ਮਹਾਂਪੁਰਖੋ ਸਭ ਤੋਂ ਵੱਡਾ ਤਪ ਕਿਹੜਾ ਹੈ? ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਸਭ ਤੋਂ ਵੱਡਾ ਤਪ ਹੈ ਦੁਨੀਆ ਦੇ ਵੱਲੋਂ ਬੋਲੇ ਹੋਏ ਬੋਲ ਅਤੇ ਕਬੋਲ ਸਹਾਰ ਲੈਣੇ। ਤੇ ਇਹ ਨਹੀਂ ਕੋਈ ਸਹਾਰ ਸਕਦਾ। ਮੈਂ ਔਖੇ ਮਾਰਗ ਦੀ ਗੱਲ ਕਰਦਾ, ਉਸ ਸੰਬੰਧ ਵਿੱਚ ਮੈਂ ਬਚਨ ਬੋਲਿਆ। ਮਰਨਾ ਕਿਵੇਂ ਮਰਨਾ ਹੈ? ਕੋਈ ਇੱਥੇ ਇੱਕ ਸ਼ਬਦ ਸਾਨੂੰ ਕਹਿ ਦੇ, ਅਸੀਂ ਦਰਬਾਰ ਛੱਡ ਕੇ ਦੌੜ ਜਾਈਦਾ, ਭੱਜ ਜਾਈਦਾ, ਲੜਾਈਆਂ ਝਗੜੇ ਡੰਡੇ ਸੋਟੇ ਚੱਲ ਪੈਂਦੇ। ਪਰ ਉਹ ਤਾਂ ਬਾਬਾ ਕਬੀਰ ਵਰਗਾ ਹੀ ਕਹਿ ਸਕਦਾ, ਜਿਹਨੇ ਆਖਿਆ ਮਰਨਾ, ਫਿਰ ਦੱਸਿਆ ਵੀ, ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਹੁਣ ਮੇਰੇ ਵਰਗੇ ਨੂੰ ਕੋਈ ਮਾੜਾ ਕਹਿ ਕੇ ਦੇਖੇ ਤਾਂ ਕਿਸੇ ਨੇ ਇੱਕ ਗੱਲ ਕਹਿਣੀ, ਮੈਂ 100 ਜਵਾਬ ਦੇਣੇ। ਜੇ ਬਾਬਾ ਕਬੀਰ ਸਾਹਿਬ ਜੀ ਨੇ ਮਰਨ ਦੀ ਗੱਲ ਕੀਤੀ, ਫਿਰ ਮਰ ਕੇ ਵੀ ਦਿਖਾਇਆ ਉਹਨਾਂ ਨੇ ਮਰਨਾ ਕਿਵੇਂ ਹੈ। ਪਹਿਲਾ ਮਰਨ ਕਬੂਲ, ਆਪ ਗਵਾਈਏ ਤਾਂ ਸ਼ਾਹ ਪਾਈਏ, ਏਦਾਂ ਮਰਨਾ ਹੈ। ਵਾਹਿਗੁਰੂ ਕਿਰਪਾ ਕਰੇ। ਇੱਕ ਬਚਨ ਹੋਰ ਮੇਰੇ ਸਾਹਮਣੇ ਆਇਆ, ਇੱਕ ਸ਼ਬਦ ਆਉਂਦਾ ਹੋਰ, ਇਸੇ ਨਾਲ ਹੀ ਸੰਬੰਧਿਤ ਹੈ, ਜਿਹੜੀ ਆਪਾਂ ਵਿਚਾਰ ਸ਼ੁਰੂ, ਸਤ ਕਿਉਂ ਆਏ, ਮਹਾਂਪੁਰਖ ਕਿਉਂ ਆਏ, ਕਿਉਂ ਆਉਣਾ ਪਿਆ ਉਹਨਾਂ ਨੂੰ, ਜੀਵਨ ਦਿੰਦੇ ਨੇ। ਕਹਿੰਦੇ ਜੀ ਇਹ ਰਾਹ ਹੀ ਹੈ ਉਹਨਾਂ ਦਾ, ਰਸਤਾ ਹੀ ਉਹਨਾਂ ਦਾ ਹੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਸੰਤ ਕਾ ਮਾਰਗ, ਮਾਰਗ ਰਾਹ, ਰਸਤਾ, ਉਹਨਾਂ ਦਾ ਰਾਹ ਇਹੀ ਹੈ। ਕਿਹੜਾ ਹੈ? ਧਰਮ ਕੀ ਪੌੜੀ। ਅੱਛਾ, ਇੱਕ ਵਾਰੀ ਇਹ ਪੰਕਤੀ ਬੋਲੋ ਸਾਰੇ। ਕੋ ਵਡ ਭਾਗੀ ਪਾਏ, ਕੋ ਵਡ ਭਾਗੀ ਪਾਏ। ਕੋ ਵਡ ਭਾਗੀ ਪਾਏ, ਕੋ ਵਡ ਭਾਗੀ ਪਾਏ। संत का मार्ग धर्म की पौड़ी, संत का मार्ग धर्म की पौड़ी। को वड भागी पाए, को वड भागी पाए। ਕੋਈ ਵੱਡਿਆਂ ਭਾਗਾਂ ਵਾਲਾ। ਸਾਧ ਸੰਗਤ ਜੀ, ਧਰਮ ਕੀ ਪੌੜੀ, ਕਹਿੰਦੇ ਪੌੜੀ ਹੁੰਦੇ ਨੇ ਮਹਾਂਪੁਰਖ ਸੰਤ ਗੁਰਮੁਖ ਜਨ। ਪੌੜੀ ਕੀ ਕੰਮ ਕਰਦੀ ਹੈ? ਹੇਠਾਂ ਤੋਂ ਉੱਪਰ ਲੈ ਜਾਂਦੀ ਹੈ। ਪਹਿਲੀ ਮੰਜ਼ਲ, ਦੂਸਰੀ ਮੰਜ਼ਲ, ਪੌੜੀ ਲੱਗੀ, ਚੜ੍ਹਦੇ ਚਲੇ ਜਾਓ। ਤੀਸਰੀ ਮੰਜ਼ਲ, ਚੌਥੀ ਮੰਜ਼ਲ। ਤੇ ਪੌੜੀ ਜਿਹੜੀ ਹੈ, ਹੁਣ ਤਾਂ ਪੌੜੀਆਂ ਬੜੀਆਂ ਤਰੀਕੇ ਦੀਆਂ ਬਣੀਆਂ ਨੇ। ਪੌੜੀ ਜਿਹੜੀ ਹੈ, 2 ਬਾਹਾਂ ਹੁੰਦੀਆਂ ਨੇ ਉਹਦੀਆਂ, 2 ਲੰਬੇ ਡੰਡੇ, ਇੱਕ ਸੱਜੇ ਹੁੰਦਾ, ਇੱਕ ਖੱਬੇ।
ਪੌੜੀ ਦਾ ਜਦੋਂ ਚਿਤਰਣ ਕੀਤਾ, ਪੌੜੀ ਧਰਮ ਦੀ ਪੌੜੀ ਦੇ ਵੀ ਦੋ ਵੱਡੇ ਡੰਡੇ ਐ। ਇੱਕ ਡੰਡਾ ਹੈ ਧੀਰਜ ਦਾ ਤੇ ਦੂਸਰਾ ਡੰਡਾ ਹੈ ਉਹ ਹੈ ਖਿਮਾ ਦਾ। ਪੌੜੀ ਜਦੋਂ ਬਣਦੀ ਹੈ ਐਵੇਂ ਨਹੀਂ ਪੌੜੀ ਬਣਿਆ ਜਾਂਦਾ। ਕਿਸੇ ਦੇ ਜੀਵਨ ਨੂੰ ਹੇਠਾਂ ਤੋਂ ਚੱਕ ਕੇ ਉੱਪਰ ਲੈ ਕੇ ਜਾਣਾ ਪੌੜੀ ਦਾ ਕੰਮ ਹੈ, ਸੰਤ ਦਾ ਵੀ ਕੰਮ ਹੈ। ਕਿਸੇ ਡਿੱਗੇ ਹੋਏ ਜੀਵਨ ਨੂੰ ਉੱਪਰ ਚੁੱਕਣਾ ਐਵੇਂ ਥੋੜਾ ਚੁੱਕ ਦਿੰਦੇ ਨੇ। ਉਹ ਦੋ ਗੁਣ ਵੱਡੇ ਜਿਹੜੇ ਨੇ ਪੌੜੀ ਦੇ, ਧੀਰਜ। ਅੱਜ ਸਾਡੇ ਵਿੱਚ ਧੀਰਜ ਨਹੀਂ ਹੈ। ਜੇ ਹੁਣ ਧੀਰਜ ਦੇ ਦਰਸ਼ਨ ਕਰਨੇ ਹੋਣ ਫਿਰ ਤੁਹਾਨੂੰ ਇਤਿਹਾਸ ਫੁੱਲਣਾ ਪਏਗਾ। ਧੀਰਜ ਧਾਮ ਬਣਾਏ ਇਹ ਹੈ ਤਨ। ਧੀਰਜ ਦੇਖਣਾ ਫਿਰ ਨੌਵੇਂ ਪਾਤਸ਼ਾਹ ਮਹਾਰਾਜ ਦਾ ਤੁਹਾਨੂੰ ਸਾਕਾ ਸਾਰਾ ਹੀ ਦੇਖਣਾ ਪਵੇਗਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਚੂੜਾਮਣ, ਜਦੋਂ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਗਾਥਾ ਲਿਖੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਮੈਂ ਤੁਹਾਨੂੰ ਪੂਰਾ ਇਤਿਹਾਸ ਨਹੀਂ ਕੋਈ ਸੁਣਾ ਰਿਹਾ, ਟੂਕ ਮਾਤਰ ਬੇਨਤੀਆਂ ਵਿੱਚੋਂ। ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ, ਜਦੋਂ ਉਹਨਾਂ ਦੀਆਂ ਬਾਤਾਂ ਹੋਈਆਂ ਆਪਸ ਵਿੱਚ, ਤੇ ਬਾਬਾ ਫਤਿਹ ਸਿੰਘ ਨੇ ਇੱਕ ਗੱਲ ਆਖੀ ਸੀ, ਉਮਰ 'ਚ ਛੋਟੇ ਸਨ, ਤੇ ਵੱਡੇ ਵੀਰ ਨੂੰ ਕਹਿੰਦੇ ਵੱਡੇ ਵੀਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਕਚਹਿਰੀ 'ਚ ਖੜੇ ਹਨ, ਕਹਿੰਦੇ ਦੇਖੋ ਇਹ ਆਪਾਂ ਨੂੰ ਡਰ ਵੀ ਦੇ ਰਹੇ ਨੇ, ਲਾਲਚ ਵੀ ਦੇ ਰਹੇ ਨੇ, ਪਰ ਆਪਾਂ ਨੂੰ ਇੱਕ ਕੰਮ ਕਰਨਾ ਪੈਣਾ। ਕਹਿੰਦੇ ਜੀ ਕਿਹੜਾ? ਕਹਿੰਦੇ ਧੀਰਜ ਰੱਖਣਾ ਪੈਣਾ, ਦਾਦਾ ਜੀ ਗੁਰੂ ਤੇਗ ਬਹਾਦਰ ਵਰਗਾ। ਉੱਥੇ ਫਿਰ ਪੰਕਤੀ ਆਈ ਹੈ ਜਿਹੜੀ, ਧਰਮ ਧੁਰੰਤਰ ਧੀਰਜ ਧਾਰੀ। ਡਰ ਦਿੱਤੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ। ਧੀਰਜ ਦੀ ਵਿਆਖਿਆ ਮੈਂ ਬੇਨਤੀ ਕਰਦਾ, ਤੁਹਾਨੂੰ ਮਾਰ ਦੇਵਾਂਗੇ। ਔਰ ਡਰ ਕੈਸੇ ਦਿੱਤੇ? ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਸਾਧ ਸੰਗਤ ਜੀ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ, ਕਸ਼ਟ ਦਿੱਤੇ ਗਏ ਔਰ ਸ਼ਹੀਦ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਡੋਲ ਬੈਠੇ ਰਹੇ। ਮਹਾਰਾਜ ਕਹਿੰਦੇ ਮੈਂ ਆਪ ਇੱਥੇ ਸਿਰ ਲਾਉਣ ਵਾਸਤੇ ਆਇਆ, ਨਹੀਂ ਡੋਲੇ। ਲਾਲਚ ਦਿੱਤੇ ਤਾਂ ਨਹੀਂ ਡੋਲੇ। ਕਹਿਣ ਲੱਗੇ ਤੁਹਾਨੂੰ ਹਿੰਦ ਦਾ ਪੀਰ ਬਣਾ ਦਿਆਂਗੇ। ਮਹਾਰਾਜ ਕਹਿੰਦੇ ਪੀਰੀਆਂ ਨਹੀਂ ਚਾਹੀਦੀਆਂ। ਬੋਲੋ ਸ਼੍ਰੀ, ਪੀਰੀਆਂ ਨਹੀਂ ਚਾਹੀਦੀਆਂ। ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਥਾ ਹੈ, ਇੱਥੇ ਪੀਰ ਨਹੀਂ ਬਣਿਆ ਜਾਂਦਾ, ਇੱਥੇ ਗੋਲੇ ਬਣਿਆ ਜਾਂਦਾ ਹੈ, ਸੇਵਕ ਸਿੱਖ। ਇੱਥੇ ਬਣਨਾ, ਇੱਥੇ ਸੇਵਕ, ਇੱਥੇ ਤਾਂ ਮਿਟਾਉਣ ਦੀ ਬਾਤ ਹੈ। ਇੱਥੇ ਤਾਂ ਮੁੱਲ ਖਰੀਦੀ ਲਾਲਾ ਗੋਲਾ ਹੈ। ਇੱਥੇ ਤਾਂ ਪੂਜਾ ਇੱਕ ਦੀ ਹੈ, ਸਾਰਾ ਕੁਝ ਹੀ ਖਤਮ ਕੀਤਾ ਗਿਆ। ਕਹਿਣ ਲੱਗੇ ਧਰਮ ਧੁਰੰਦਰ ਧੀਰਜ ਧਾਰੀ। ਜਿੰਨੀਆਂ ਗੱਲਾਂ ਔਰੰਗਜ਼ੇਬ ਨੇ ਕਹੀਆਂ, ਇਨ ਕਹਿਨੇ ਪਰ ਪਨਹੀ ਮਾਰੀ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੌਵੇਂ ਪਿਤਾ ਜੀ ਨੇ ਜੁੱਤੀ ਦੀ ਨੋਕ ਨਾਲ ਸਾਰੀਆਂ ਚੀਜ਼ਾਂ ਠੁਕਰਾ ਦਿੱਤੀਆਂ ਸਨ। ਆ ਹੈ ਧੀਰਜ। ਦੁਨੀਆ ਭਰ ਦੇ ਕਸ਼ਟ ਉਹਨਾਂ ਦੇ ਉੱਤੇ ਡਿੱਗ ਪੈਣ, ਉਹਨਾਂ ਦੇ ਮਨ ਨਹੀਂ ਡੋਲਦੇ ਹੁੰਦੇ, ਉਹ ਘਬਰਾਉਂਦੇ ਨਹੀਂ ਹੁੰਦੇ, ਸਗੋਂ ਉਸ ਚਲਦੀਆਂ ਤੇਜ਼ ਕਹਿਰ ਦੀਆਂ ਹਵਾਵਾਂ ਜਿਹੜੀਆਂ ਹਨ, ਸਾਧ ਸੰਗਤ ਜ਼ੁਲਮੀ ਹਵਾਵਾਂ ਨੂੰ ਝੱਲਦੇ ਹੋਏ ਵੀ ਪਤਾ ਕੀ ਕਰਦੇ ਨੇ? ਕਰੋ ਕਿਰਪਾ ਸਾਰੇ, 1 ਮਿੰਟ ਮੈਂ ਤੁਹਾਡੇ ਨਾਲ ਮਿਲ ਕੇ ਜਪਣ ਦਾ ਯਤਨ ਕਰਾਂਗਾ।
किते मेरे ते किरपा हो जाए। वाहेगुरु 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 वाहिगुरु 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 वाहिगुरु। बहुत संगत बैठी, गज के बोलो भाई सारे। वाहेगुरु 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 वाहेगुरु। होर गज के बोले हाँ। वाहेगुरु 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 वाहेगुरु। ऐदां धीरज सार संग धार के दूजा गुण है खिमा दा। जिन्हां ने संगत दे विच विचरना है, जेड़े धर्म कमा, ये अजमैशी बात है। ये सतपुरखा ने कमाई हुई है, महापुरखा ने कमा के देखी हुई है। ਜਦੋਂ ਅਸੀਂ ਕਿਸੇ ਦੀ ਗਲਤੀ ਦੇਖਦੇ ਆ ਨਾ, ਉਦੋਂ ਸਾਨੂੰ ਆਪਣੇ ਔਗਣ ਭੁੱਲ ਜਾਂਦੇ ਨੇ ਵੀ ਮੈਂ ਵੀ ਔਗਣ ਬੜੇ ਕੀਤੇ ਹਨ। ਉਦੋਂ ਸਾਨੂੰ ਐਦਾਂ ਲੱਗਦਾ ਵੀ ਮੈਂ ਬੜਾ ਪਾਕ ਪਵਿੱਤਰ ਹਾਂ। ਤੇ ਮੈਨੂੰ ਬਚਨ ਚੇਤੇ ਆ ਜਾਂਦਾ ਹੈ, ਮਹਾਤਮਾ ਬੁੱਧ ਜੀ ਨੂੰ ਆਖਿਆ ਸੀ, ਕਹਿਣ ਲੱਗੇ ਜੀ ਆ ਜਿਹੜਾ ਤੁਹਾਡਾ ਭਿਕਸ਼ੂ ਹੈ ਨਾ, ਇਹਨੇ ਗਲਤੀ ਬੜੀ ਵੱਡੀ ਕੀਤੀ ਹੈ, बहुत वड्डी गलती की है। कहने की गलती की है? कहते भिखिया मंगण गया तो बेशवा के घर चला गया, रोकण के बावजूद। इस दी भी गलती है, दूसरी बेशवा की गलती है। उन्हें जाणदिया होया भी मैं बेशवा हाँ, उन्हें मना नहीं किया। उन्हें इनू बिठा के भिखिया तो पाउनी सी, इनू उत्थे बिठा के भोजन भी कराया। ये वार्ता बड़ी लंबी है, वो मैं सारी इस टाइम कह नहीं सकता, पर संकेत मात्र। कहते महात्मा बुद्ध कहन लगे, कहते ऐदां करो, सज़ा की दईए इन्हों, दोनों नूं सज़ा दे दिंदे, भिक्षु नूं भी दे दिंदे, इहनूं बेशवा नूं भी दिंदे। किसी ने कोई सज़ा कही, किसी ने कोई सज़ा दसी। तो महात्मा बुद्ध सुनते रहे सारियां दियां बातां, ते अखीर विच कहन लगे सज़ा ठीक है, सारे एक राय बना लो, जिवें कहोगे उदां दी सज़ा दे देंगे, पर सज़ा देण वास्ते वो अगे आवे जिन्हें अपनी जिंदगी विच एक भी औगण नहीं कीता, वो अगे आवे। सिर नीवें हो गए, अकल आ गई। बस यही जिस दिन बाबा फरीद साहब कहते आप अनड़े गिरीवान में सिर नीवा कर देख, जिस दिन सानू देखना आ गया, सच आखा तुहानू जुबान बंद हो जाएगी, बोलेगी नहीं किसी बारे। जिस दिन आपां अपने आप नू देख लिया, मैं की हाँ, मैं किहो जिहा हाँ। एक राजा सी, उन्हें अपने महलों च ना एक छोटा जिहा कमरा बनाया होया, वो उत्थे वड़िया करे, कुंडा ला लिया करे, दरवाजा बंद कर लिया करे अंदरों, ते काफ़ी टाइम अंदर रहा करे। वजीरां मंत्रियां सरदारां ते महलों एक खलबली मच गई भी अंदर है की है। जिथे राजा किसी को जान नहीं दिंदा ते आप कला जांदा ते दरवाजे बंद कर लैंदा है,
ਸਾਰਿਆਂ ਨੇ ਇਕੱਠੇ ਹੋ ਕੇ ਇੱਕ ਜੁਗਤ ਬਣਾਈ, ਇੱਕ ਸਕੀਮ ਬਣਾਈ। ਰਾਏ ਮਿਲਾ ਕੇ ਸਾਰਿਆਂ ਨੇ ਵੀ ਵੇਖੀਏ, ਕੋਈ ਇੱਕ ਦੂਜੇ ਦੀ ਗੱਲ ਕਿਸੇ ਨੂੰ ਨਹੀਂ ਦੱਸੇਗਾ। ਇੱਕ ਮੋਰੀ ਕੀਤੀ ਗਈ, ਸੁਰਾਖ ਕੀਤਾ ਗਿਆ ਉਸ ਕਮਰੇ 'ਚ। ਜਦੋਂ ਹੀ ਰਾਜਾ ਵੜਿਆ, ਇੱਕ ਦੀ ਡਿਊਟੀ ਲਾਈ ਵੇਖਣ ਦੀ। ਉਹ ਹੈਰਾਨ ਹੋ ਗਏ। ਉਹ ਰਾਜਾ ਜਿਹੜਾ ਸੀ ਅੰਦਰ ਵੜਦਿਆਂ ਕਦੇ ਉੱਚੀ ਉੱਚੀ ਬੋਲਦਾ, ਕਦੇ ਗਾਲਾਂ ਕੱਢਦਾ, ਕਦੇ ਲੱਤਾਂ ਮਾਰਦਾ, ਕਦੇ ਬਾਹਾਂ ਮਾਰਦਾ ਹੈ, ਕਦੇ ਕੱਪੜੇ ਫਾੜਦਾ ਹੈ। ਜਦੋਂ ਬਾਹਰ ਆਇਆ ਤੇ ਪੁੱਛੀ ਲਿਆ, ਕਹਿੰਦੇ ਰਾਜਨ ਕਿ ਤੁਸੀਂ ਹੈ ਬੜੇ ਚੰਗੇ ਹੋ, ਪਰ ਇਹ ਅੰਦਰ ਕੀ ਕਰਦੇ ਹੋ? ਰਾਜਾ ਕਹਿਣ ਲੱਗਿਆ ਵੀ ਅਸਲ ਵਿੱਚ ਬਾਤ ਇਹ ਹੈ, ਜੋ ਤੁਸੀਂ ਮੈਨੂੰ ਦੇਖਿਆ ਨਾ, ਮੈਂ ਅਸਲ ਵਿੱਚ ਇੱਦਾਂ ਦਾ। ਮੇਰਾ ਮਨ ਕਰਦਾ ਹੈ ਮੈਂ ਲੋਕਾਂ ਨੂੰ ਮਾਰਾਂ, ਕੁੱਟਾਂ, ਗਾਲਾਂ ਕੱਢਾਂ, ਪਰ ਕਰਾਂ ਕੀ, ਮੈਨੂੰ ਸਮਾਜ ਕਰਕੇ ਵਿਖਾਵਾ ਕਰਨਾ ਪੈਂਦਾ, ਚੰਗਾ ਬਣ ਕੇ ਰਹਿਣਾ ਪੈਂਦਾ। ਬਸ ਗੱਲ ਐਨੀ ਹੈ। ਜਿਸ ਦਿਨ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ, ਓਹੋ ਕਾਲੇ ਲਿਖਣਾ। ਸਾਰਿਆਂ ਦੀ ਪੰਕਤੀ ਯਾਦ ਹੈ, ਭਾਈ ਬੋਲ ਲਓ। ਮੇਰਾ ਪਹਿਲਾ ਨੰਬਰ ਹੈ ਤੁਹਾਡੇ 'ਚ, ਇਸ ਕੰਮ 'ਚ। ਤੁਹਾਨੂੰ ਨਹੀਂ ਮੈਂ ਕਹਿੰਦਾ, ਮੈਂ ਤਾਂ ਆਪ ਆਪਣੀਆਂ ਕਥਾ ਆਪਣੇ ਆਪ ਨੂੰ ਸੁਣਾ ਰਿਹਾ। ਮੈਂ ਕਾਲੇ ਲਿਖਣ ਲੇਖ ਆਪ ਅਨੜੇ, ਇੱਥੋਂ ਆਏ ਹਾਏ ਹਾਏ। ਗਰੀਬਾਨ ਮੈਂ ਸਿਰ ਨੀਵਾ ਕਰ, ਫੇਰ ਨਹੀਂ ਇਹ ਜ਼ੁਬਾਨ ਖੁੱਲਣੀ। ਜਿਸ ਦਿਨ ਦੇਖ ਲਿਆ, ਫਿਰ ਤੁਹਾਨੂੰ ਸਾਰੀ ਦੁਨੀਆ ਚੰਗੀ ਨਜ਼ਰ ਆਏਗੀ। ਕਬੀਰ ਸਭ ਤੇ, ਦੇਖ ਲਓ ਸਾਰੇ ਇੱਕੋ ਬੋਲੀ ਬੋਲੇ, ਜਿੰਨੇ ਬੋਲੇ। ਕਬੀਰ ਸਭ ਤੇ ਹਮ ਬੁਰੇ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਆ ਕੇ ਦੱਸਿਆ, ਕਾਂਸ਼ੀ ਬਨਾਰਸ ਦੀ ਧਰਤੀ, ਕਹਿੰਦੇ ਬਾਬਾ ਜੀ ਫਲਾਣਾ ਬੰਦਾ ਇਦਾਂ ਕਰਦਾ, ਫਲਾਣਾ ਬੰਦਾ ਇਦਾਂ ਕਰਦਾ, ਫਲਾਣੇ ਨੇ ਚੋਰੀ ਕੀਤੀ ਹੈ, ਫਲਾਣੇ ਨੇ ਧੋਖਾ ਕੀਤਾ। ਬਾਬਾ ਜੀ ਕੀ ਬੋਲੇ? ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਗੱਲ ਇਹ ਮੁਕਾ ਦਿੱਤੀ। ਸਮਾਂ ਨਹੀਂ ਆਗਿਆ ਦੇ ਰਿਹਾ, ਸਮਾਂ ਪੂਰਾ ਹੋ ਗਿਆ ਹੈ। ਬਸ ਗੱਲ ਇੰਨੀ ਹੈ, ਖਿਮਾ ਕਰਨਾ। ਇਹ ਦੋ ਡੰਡੇ ਨੇ, ਜਿਹੜੀਆਂ ਦੋ ਬਾਹਾਂ ਨੇ ਲੰਬੀਆਂ, ਉਹਦੇ ਵਿੱਚ ਨਾ ਛੋਟੇ 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 ਪੌੜੀ ਪੈਰ ਰੱਖਣ ਵਾਸਤੇ ਡੰਡੇ ਲਾਏ ਹੁੰਦੇ ਨੇ। ਉਹ ਫਿਰ ਇੱਕ ਇੱਕ ਡੰਡਾ ਚੜੀਦਾ ਹੈ। ਇਹ ਦੋ ਹੋਣ, ਫਿਰ ਉਹ ਛੋਟੇ ਛੋਟੇ ਜਿਹੜੇ ਲਾਏ ਨਾ ਪੈਰ ਰੱਖਣ ਵਾਸਤੇ, ਚੜ੍ਹਨ ਵਾਸਤੇ, ਉਹ ਫਿਰ ਹੁੰਦਾ ਵੀ ਸੰਕਲਪ ਬੰਦ ਕਰਨੇ, ਮਨ ਨੂੰ ਬਸ ਵਿੱਚ ਲੈ। ਦੂਜਾ ਡੰਡਾ, ਤੀਜਾ ਡੰਡਾ, ਭਾਈ ਇੰਦਰੀਆਂ 'ਤੇ ਕੰਟਰੋਲ ਕਰਨਾ ਹੈ। ਇੱਦਾਂ ਇੱਕ ਡੰਡਾ ਚੜ੍ਹਦੇ ਜਾਵਾਂਗੇ, ਇੱਕ ਫਿਰ ਐਸੀ ਮੰਜ਼ਿਲ ਆਵੇਗੀ ਜਿੱਥੇ ਜਾ ਕੇ ਤੁਹਾਨੂੰ ਸਾਧ ਸੰਗਤ ਜੀ, ਹੇਠਾਂ ਤੋਂ ਉੱਪਰਲੀ ਦੁਨੀਆ, ਇੱਥੇ ਤਾਂ ਇੱਕ ਮੰਜ਼ਿਲ ਹੈ। ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਆਪ ਡੰਡੇ ਚੜ੍ਹੇਗਾ, ਲੋਕ ਤੋਂ ਪ੍ਰਲੋਕ 'ਚ ਪਹੁੰਚ ਜਾਏਗਾ। ਮਰਨ ਤੋਂ ਬਾਅਦ ਦੀਆਂ ਗੱਲਾਂ ਹੋਰ ਨੇ। ਜਿਉਂਦੇ ਜੀ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਅਜਿਹੇ ਹੁੰਦੇ ਨੇ ਮਹਾਂਪੁਰਖ। ਇੱਕ ਮੈਂ ਗੱਲ ਬੋਲੀ ਸੀ ਪਿਛਲੇ ਸਮਾਗਮ, ਜਦੋਂ ਦੁਬਾਰਾ ਮੈਂ ਦੁਹਰਾ ਦਿੰਦਾ ਕਿ ਉਹ ਫਰਿਸ਼ਤਾ ਤੁਰਿਆ ਫਿਰਦਾ ਸੀ। ਫਿਰਦਿਆਂ ਫਿਰਦਿਆਂ ਇੱਕ ਰੱਬ ਦਾ ਪਿਆਰਾ ਕਿਸੇ ਨਗਰ ਸ਼ਹਿਰ ਵਿੱਚ ਮਿਲਿਆ। ਉਹਨੇ ਪਛਾਣ ਲਿਆ ਇਹ ਫਰਿਸ਼ਤਾ ਹੈ। ਕਹਿਣ ਲੱਗੇ ਵੀ ਆ ਤੁਹਾਡੇ ਕੋਲ ਡਾਇਰੀ ਫੜੀ ਹੋਈ ਹੈ, ਇਹ ਕਿਸ ਕੰਮ ਵਾਸਤੇ ਹੈ? ਕਹਿੰਦੇ ਜੀ ਇਸ ਡਾਇਰੀ ਵਿੱਚ ਨਾ ਅਸੀਂ ਨਾਮ ਨੋਟ ਕਰ ਰਹੇ ਹਾਂ, ਨਗਰਾਂ 'ਚ ਘੁੰਮ ਕੇ। ਫਰਿਸ਼ਤਾ ਕਹਿਣ ਲੱਗਿਆ ਜਿਹੜੇ ਜਿਹੜੇ ਖੁਦਾ ਦਾ ਧਿਆਨ ਧਰਦੇ ਨੇ, ਅੱਲਾ ਦੀਆਂ ਬਾਤਾਂ ਕਰਦੇ ਨੇ, ਉਹਨਾਂ ਦੀ ਲਿਸਟ ਹੈ। ਉਹ ਕਹਿਣ ਲੱਗਿਆ ਜੀ ਇਹਦੇ ਵਿੱਚ ਮੇਰਾ ਨਾਮ ਵੇਖੋ। ਉਹ ਪੰਨੇ ਫਰੋਲੇ ਗਏ,
ਪਹਿਲਾ ਪੰਨਾ ਦੂਜਾ ਪੰਨਾ ਬੜਾ ਨਾਮ ਵੇਖਿਆ ਕਿਤੇ ਨਜ਼ਰ ਨਹੀਂ ਆਇਆ। ਤੇ ਉਹ ਫਰਿਸ਼ਤਾ ਚਲਿਆ ਗਿਆ। ਉਹ ਰੱਬ ਦੇ ਪਿਆਰੇ ਕਹਿਣ ਲੱਗੇ, ਭਾਈ ਮੈਂ ਮਾੜਾ ਹਾਂ, ਮੇਰਾ ਨਾਮ ਕਿੱਥੋਂ ਆਉਣਾ ਸੀ। ਦੂਜਾ ਦਿਨ ਆਇਆ, ਕੁਝ ਨਵੇਂ ਫਰਿਸ਼ਤੇ ਆਏ, ਉਹਨਾਂ ਕੋਲ ਇੱਕ ਵੱਖਰੇ ਢੰਗ ਦੀ ਡਾਇਰੀ ਹੈ। ਅੱਜ ਪੁੱਛਿਆ, ਕਹਿਣ ਲੱਗੇ ਜੀ ਤੁਸੀਂ ਕੌਣ ਹੋ? ਕਹਿੰਦੇ ਸਾਡੀ ਵੀ ਡਿਊਟੀ ਲੱਗੀ ਹੈ। ਆਹ ਤੁਹਾਡੇ ਕੋਲ ਇੱਕ ਵੱਖਰੀ ਜੀ ਡਾਇਰੀ ਹੈ, ਕਿਹੜੀ ਡਿਊਟੀ ਹੈ? ਕਹਿੰਦੇ ਸਾਡੀ ਡਿਊਟੀ ਇਹ ਹੈ, ਅਸੀਂ ਲਿਸਟ ਬਣਾ ਰਹੇ ਹਾਂ, ਨਾਮ ਲਿਖ ਰਹੇ ਹਾਂ। ਕਹਿੰਦੇ ਕਿਹਨਾਂ ਦਾ? ਕਹਿੰਦੇ ਉਹਨਾਂ ਦਾ ਜਿਨ੍ਹਾਂ ਨੂੰ ਖੁਦਾ ਯਾਦ ਕਰਦਾ ਹੈ। ਕੱਲ ਫਰਿਸ਼ਤੇ ਆਏ ਸਨ, ਉਹਨਾਂ ਦੀ ਲਿਸਟ ਬਣੀ ਸੀ ਜਿਹੜੇ ਖੁਦਾ ਨੂੰ ਯਾਦ ਕਰਦੇ ਹਨ। ਤੇ ਅੱਜ ਲਿਸਟ ਜਿਹੜੀ ਬਣੀ ਹੈ ਕਿ ਖੁਦਾ ਕਿਹਨਾਂ ਨੂੰ ਯਾਦ ਕਰਦਾ ਹੈ। ਉਹ ਰੱਬੀ ਪਿਆਰੇ ਕਹਿਣ ਲੱਗੇ ਭਾਈ ਮੇਰਾ ਤਾਂ ਪਹਿਲੀ ਲਿਸਟ ਵਿੱਚ ਨਾਮ ਨਹੀਂ, ਅੱਜ ਦੀ ਲਿਸਟ 'ਚ ਕਿੱਥੇ ਹੋਣਾ। ਜਦੋਂ ਉਹਨਾਂ ਨੇ ਡਾਇਰੀ ਖੋਲ੍ਹੀ, ਪਹਿਲਾ ਹੀ ਨੰਬਰ ਉਸ ਰੱਬ ਦੇ ਪਿਆਰੇ ਦਾ ਸੀ। ਅਜਿਹੇ ਹੁੰਦੇ ਨੇ ਗੁਰਮੁਖ, ਅਜਿਹੇ ਹੁੰਦੇ ਨੇ ਗੁਰਸਿੱਖ, ਜਿਨ੍ਹਾਂ ਨੂੰ ਗੁਰੂ ਯਾਦ ਕਰਦਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਯਾਦ ਕਰਦਾ ਹੈ। ਕੜੀਆਂ ਸਾਖੀਆਂ ਹਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਯਾਦ ਕੀਤਾ। ਸੰਗਤ ਜੀ, ਵਾਹਿਗੁਰੂ ਕਿਰਪਾ ਕਰੇ ਇਹੋ ਜਿਹੇ ਪਿਆਰਿਆਂ ਦਾ ਮੇਲ ਹੋਵੇ। ਰੋਜ਼ ਅਰਦਾਸ ਕਰਦਾ ਹੈ ਪੰਥ ਸਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਵਾਹਿਗੁਰੂ ਕਿਰਪਾ ਕਰੇ ਉਹਨਾਂ ਦਾ ਮੇਲ ਕਰਾਵੇ। ਲਓ ਆ ਪੰਕਤੀ ਪੜ੍ਹੋ। ਫੇਰ ਪਹਿਲਾਂ ਪੜ੍ਹੀ ਆਪਾਂ ਜਨ ਪਰਉਪਕਾਰੀ ਆਏ, ਤੇ ਹੁਣ ਪੰਕਤੀ ਪੜ੍ਹੀਏ ਹਰਿ ਸਿਉ ਦੇਵੈ ਜੋਰ ਕੋਈ ਜਨ, ਹਰਿ ਸਿਉ ਦੇਵੈ ਜੋਰ। ਮੇਰੀ ਬੇਨਤੀ ਹੈ ਭਾਈ, ਸਾਰੇ ਬੇਨਤੀ ਰੂਪ ਦੇ ਵਿੱਚ ਇਹਨੂੰ ਪੜ੍ਹੋ, ਤੇ ਵੀਰ ਵੀ ਪੜ੍ਹੋ, ਭੈਣਾਂ ਵੀ ਪੜ੍ਹੋ। ਹਰਿ ਸਿਉ ਦੇਵੈ ਜੋਰ ਕੋਈ ਜਨ, ਹਰਿ ਸਿਉ ਦੇਵੈ ਜੋਰ। ਹਰਿ ਸਿਉ ਦੇਵੈ ਜੋਰ ਕੋਈ ਜਨ, ਹਰਿ ਸਿਉ ਦੇਵੈ ਜੋਰ। ਬਹੁਤ ਬਹੁਤ ਧੰਨਵਾਦ ਤੁਹਾਡੀਆਂ ਸੰਗਤਾਂ ਦਾ ਜੋ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ, ਸੇਵਾਵਾਂ ਕਰ ਰਹੇ ਹੋ। ਗੁਰੂ ਕਿਰਪਾ ਕਰੇ ਤੁਹਾਡੀਆਂ ਸਭ ਦੀਆਂ। ਤੇ ਸਾਧ ਸੰਗਤ ਜੀ, ਦਾਸ ਆਪਣੇ ਵੱਲੋਂ ਅਰਜ਼ ਕਰਦਾ, ਮਹਾਰਾਜ ਇਸ ਗਰੀਬ ਦੀ ਹਾਜ਼ਰੀ ਇੱਥੇ ਪ੍ਰਵਾਨ ਕਰੋ ਆਪਣੀ ਦਰਗਾਹ 'ਚ। ਗਾਵਿਆ ਸੁਣਿਆ ਸਭ ਦਾ ਥਾਂ ਪਾਉਣ ਮਹਾਰਾਜ ਜੀ। ਸਾਰੇ ਪ੍ਰਬੰਧਕ ਜਿਨ੍ਹਾਂ ਨੇ ਵੱਡਾ ਪ੍ਰਬੰਧ ਕੀਤਾ ਹੈ, ਔਰ ਸਾਧ ਸੰਗਤ ਜੀ, ਮਹਾਂਪੁਰਖ ਸੰਤ ਬਾਬਾ ਮਹਿੰਦਰ ਪ੍ਰਤਾਪ ਸਿੰਘ ਜੀ ਇਸ ਵਕਤ ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਜਨਮ ਦਿਨ 'ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਾਸ ਪੇਸ਼ ਕਰਦਾ ਹੈ। ਬੀਬਾ ਬਲਵਿੰਦਰ ਕੌਰ ਸਾਹਿਬ ਜੀ ਜੋ ਬੜੇ ਉਦਮ ਨਾਲ, ਬੜੇ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪ ਜੁੜ ਕੇ, ਆਪ ਅੰਦਰੋਂ ਭਿੱਜ ਕੇ ਜਿੱਥੇ ਲੱਗੇ ਹੋਏ ਹਨ ਉੱਥੇ ਸੰਗਤਾਂ ਨੂੰ ਵੀ ਨਾਲ ਸੇਵਾ ਸਿਮਰਨ ਵਿੱਚ ਜੋੜ ਰਹੇ ਹਨ। ਬੀਬਾ ਸਾਹਿਬ ਨੂੰ ਵੀ ਵਧਾਈਆਂ, ਔਰ ਸਾਰੇ ਗੁਰਮੁਖ ਸਾਧ ਸੰਗਤ ਜੀ, ਸੋਢੀ ਸਾਹਿਬ, ਹੋਰ ਗੁਰਮੁਖ ਸਰਦਾਰ ਅਵਤਾਰ ਸਿੰਘ ਜੀ, ਔਰ ਗੁਰਮੁਖ ਪਿਆਰੇ ਹੋਰ ਭਾਈ ਅਮੀਰ ਸਿੰਘ ਜੀ। ਮੈਨੂੰ ਹੁਣ ਦਰਸ਼ਨ ਤਾਂ ਮੈਂ ਬੜੇ ਸਮੇਂ ਤੋਂ ਕਰਦਾ ਰਿਹਾ, ਨਾਮ ਮੇਰੇ ਸਿਮਰਤੀ 'ਚ ਹੁਣ ਹੌਲੀ ਹੌਲੀ ਆ ਰਹੇ ਨੇ। ਚਿਹਰੇ ਤਾਂ ਸਾਰਿਆਂ ਦੇ ਮੇਰੇ ਅੰਦਰ ਹਨ। ਦਰਸ਼ਨ ਕਰਦੇ ਰਹੇ ਬਾਬਾ ਜੀ ਨਾਲ। ਮੈਂ ਫੇਰ ਦੁਹਰਾਨਾ, ਆਪਣੇ ਵਿਦਿਆ ਦਾਤੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਦਲਬੀਰ ਸਿੰਘ ਜੀ ਮਹਾਂਪੁਰਖਾਂ ਨਾਲ ਪਹਿਲੀ ਵਾਰ ਜਦੋਂ ਮੈਨੂੰ ਦਰਸ਼ਨ ਹੋਏ 1985 'ਚ ਇਸੇ ਸਥਾਨ 'ਤੇ ਬਾਬਾ ਜੀ ਮੈਨੂੰ ਨਾਲ ਲੈ ਕੇ ਆਏ ਸੀ। ਉਹਨਾਂ ਦੇ ਨਾਲ ਮੈਂ ਆ ਕੇ ਦਰਸ਼ਨ ਕੀਤੇ ਸੀ ਮਹਾਂਪੁਰਖਾਂ ਦੇ। ਉਸ ਤੋਂ ਬਾਅਦ ਉਸ ਸਥਾਨ 'ਤੇ ਫਿਰ ਖੇਡ ਇੱਦਾਂ ਦੀ ਬਣੀ। ਸੋਢੀ ਸਾਹਿਬ ਨੂੰ ਪਤਾ ਹੈ, ਪੁਰਾਣੇ ਸਿੰਘਾਂ ਨੂੰ ਪਤਾ ਹੈ ਕਿ ਮਹਾਂਪੁਰਖ ਸੰਤ ਗਿਆਨੀ ਨਿਰੰਜਨ ਸਿੰਘ ਜੀ ਮਹਾਰਾਜ
ਤਕਰੀਬਨ ਹਫ਼ਤੇ ਦੇ ਵਿੱਚ ਇੱਕ ਚੱਕਰ ਗੁਰਦੁਆਰਾ ਢੇਡਾ ਸਾਹਿਬ ਉਹਨਾਂ ਦਾ ਹੁੰਦਾ। ਬਾਬਾ ਜੀ ਨਾਲ ਬੜਾ ਪਿਆਰ ਕਰਦੇ ਤੇ ਕਦੇ ਇੱਥੇ ਬੁਲਾ ਲੈਂਦੇ, ਕਦੇ ਇੱਥੇ ਆਈਦਾ ਸੀ ਤੇ ਕੁਝ ਕਥਾ ਸੁਣਨ ਦਾ ਵੀ ਮੌਕਾ ਮਿਲਿਆ। ਬਚਨ ਤੇ ਬਹੁਤ ਹੀ ਸਰਵਣ ਕੀਤੇ ਮਹਾਂਪੁਰਖਾਂ ਦੇ, ਤਾਂ ਕਰਕੇ ਮੈਂ ਆਪਣੇ ਆਪ ਨੂੰ ਵੀ ਵੱਡਿਆਂ ਭਾਗਾਂ ਵਾਲਾ ਸਮਝਦਾ ਹਾਂ। ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਸੇਵਕ ਹਾਂ, ਨਹੀਂ ਭਾਈ, ਮੈਂ ਮੇਰੇ ਭਾਗ ਬਣੇ ਮਹਾਂਪੁਰਖਾਂ ਦੇ ਰਾਹੀਂ। ਮੈਨੂੰ ਉਸ ਉੱਚੀ ਆਤਮਾ ਦੇ, ਉਸ ਮਹਾਂਪੁਰਖ ਦੇ ਜਿਹੜਾ ਰੰਗ ਰਤਿਆ ਹੋਇਆ ਸੀ, ਉਹਦੇ ਦਰਸ਼ਨ, ਉਹਨਾਂ ਦੇ ਬਚਨ ਮੈਨੂੰ ਪ੍ਰਾਪਤ ਹੋਏ। ਤਾਂ ਇਸ ਧਰਤੀ 'ਤੇ ਆਈਦਾ ਹੈ, ਨਤਮਸਤਕ ਹੋਣ ਆਈਦਾ, ਸ਼ੁਕਰਾਨਾ ਕਰਨ ਆਈਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਟ ਕੋਟ ਪ੍ਰਣਾਮ। ਗਿਆਨੀ ਜੀਆਂ ਨੂੰ ਬੇਨਤੀ ਕਰਾਂਗੇ, ਆਨੰਦ ਸਾਹਿਬ ਦਾ ਪਾਠ ਅੱਗੇ ਕਰਨਗੇ। ਦਾਸ ਖਿਮਾ ਮੰਗਦਾ ਹੈ। ਫਤਿਹ ਗਜਾਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਢਿੱਲੀ ਆਈ ਹੈ, ਕਿਰਪਾ ਕਰੋ ਗੱਜ ਕੇ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਮੈਂ ਇੱਦਾਂ ਜਿਵੇਂ ਸਟੇਜ ਤੋਂ ਹੁੰਦਾ ਨਾ ਬੁਲਾਰੇ ਦਾ ਕਹਿਣਾ ਵੀ ਉਹ ਨਹੀਂ, ਇਹ ਨਾ ਬਚਨ ਜਿਹੜਾ ਮੈਂ ਦੁਬਾਰਾ ਫਤਿਹ ਸੰਤ ਗਿਆਨੀ ਨਿਰੰਜਨ ਸਿੰਘ ਜੀ ਮਹਾਂਪੁਰਖ, ਇੱਥੇ ਲਿਖਿਆ ਵੀ ਹੁੰਦਾ ਸੀ, ਸ਼ਾਇਦ ਲਿਖਿਆ ਹੋਵੇ ਇੱਥੇ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉਹ ਮਹਾਂਪੁਰਖ ਬਚਨ ਕਰਦੇ ਹੁੰਦੇ ਸੀ ਭਾਈ ਕਿ ਮੱਥਾ ਨਹੀਂ ਟੇਕਣਾ। ਤੁਹਾਡੀ ਸੰਗਤ ਨੇ ਬਚਨ ਸੁਣਿਆ ਨਾ, ਉਹ ਫਤਿਹ ਬੁਲਵਾਉਂਦੇ ਹੁੰਦੇ ਸੀ। ਦੋ ਗੱਲਾਂ ਉਹਨਾਂ ਦੀਆਂ ਪੱਕੀਆਂ ਸਨ। ਇੱਕ ਬਚਨ ਇਹ ਸੀ ਵੀ ਉਹਨਾਂ ਨੇ ਇਹ ਬਚਨ ਕਹਾਉਣਾ ਵੀ ਸਾਰੇ ਆਖੋ ਭਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਐਦਾਂ ਕਹਾਉਂਦੇ ਹੁੰਦੇ। ਤੇ ਦੂਜਾ ਸੀ ਕਿ ਫਤਿਹ ਉਹਨਾਂ ਨੇ ਪਕਾਈ ਹੋਈ ਸੀ, ਫਤਿਹ ਫਤਿਹ ਭਾਈ ਬੁਲਾਉਣੀ ਹੈ ਜਦੋਂ ਸਾਹਮਣੇ ਆਉਣਾ। ਇਸ ਕਰਕੇ ਆਪ ਕਿਰਪਾ ਕਰੋ। ਇਹ ਉਹਨਾਂ ਮਹਾਂਪੁਰਖਾਂ ਦਾ ਹੀ, ਇਹ ਉਹਨਾਂ ਦੇ ਬਚਨ, ਉਹਨਾਂ ਦੀ ਖੁਸ਼ੀ ਮਿਲੇਗੀ, ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ। ਕਰੋ ਕਿਰਪਾ ਸਾਰੇ। ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।